ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਬ ਲਗ ਮੇਰੀ ਮੇਰੀ ਕਰੈ, तब लग काज एक नहीं सरै। जब लग मेरी मेरी करै, तब लग काज एक नहीं सरै। जब मेरी मेरी मिट जाए, तब प्रभ काज सवार हैं आए। ऐसा ज्ञान विचार मना, हर की ना सिमरहों दुख भंजना रहाओ। जब लग सिंह रहै बन माहे, तब लग बन फूलहि नाहे। जब ही सियार सिंह को खाए, फूल रही सगली बन राय। जीतो बूढ़े हारो तिरै, गुर प्रसादी पार उतरै। दास कबीर कह समझाए, केवल राम रहो लिव लाए। दास कबीर कह समझाए, केवल राम रहो लिव लाए। वाहिगुरु जी का खालसा, वाहिगुरु जी की फतेह। परम सन्मानयोग जुग जुग अटल चवर छत्र तख्त दे मालक, गुरगद्दी ते बिराजमान सारी मनुखता दे सांझे रहबर शब्द गुरु धन धन सतगुरु श्री गुरु ग्रंथ साहिब जी महाराज। सतगुरु जी दी पावन पवित्र हजूरी दे अंदर सुशोभित हो बैठे अति सत्कारयोग सत संगी प्यारिओ, वड्डियां भागां वाले हो। सतगुरु जी दी मुबारक गोद अंदर बैठ के आसा जी की वार दे गुरबाणी कीर्तन उपरंत गुरबाणी की लड़ीवार कथा नूं अपने जीवन का आधार बनाने वास्ते श्रवण करने वास्ते बड़ी एकाग्रता दे नाल पावन दरबार दीयां हाजरियां भरदे हो। आओ साध संगत जिन्ने असीं जुड़े हाँ, जिन्ने मीडिया के जरिए साडे नाल जुड़े हैं, आओ श्रोता जनों गुरबाणी की विचार की प्रारंभता तो पहला गुरु बख्शी फतेह प्रवान करो जी। अदब प्यार सत्कार दे नाल आखो जी वाहिगुरु जी का खालसा, वाहिगुरु जी की फतेह। ये शब्द सत्कारयोग बाबा कबीर जी की मुबारक रसना तो उच्चारण किया होया है। गुरु ग्रंथ साहिब पिता जी के पावन अंग 1160 ਅਤੇ 61 ਦੇ ਉੱਪਰ ਸ਼ੁਭਾਇਮਾਨ ਹੈ। इस शब्द के अंदर बाबा कबीर जी ने साध संगत
ਸਾਡੇ ਪੱਲੇ ਵਿੱਚ ਗਿਆਨ ਦੀ ਗੱਲ ਬੰਨ੍ਹਣ ਲਈ ਸਾਨੂੰ ਸਾਧ ਸੰਗਤ ਪ੍ਰੇਰਿਤ ਕੀਤਾ ਹੈ। ਬਾਬਾ ਕਬੀਰ ਜੀ ਕਹਿੰਦੇ, ਐਸਾ ਗਿਆਨ ਵਿਚਾਰ ਮਨਾ, ਹਰ ਕੀ ਨ ਸਿਮਰਹੁ ਦੁੱਖ ਭੰਜਨਾ। ਰਹਾਉ ਵਾਲਾ ਬੰਦ ਹੈ। ਜਦੋਂ ਵੀ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਹੈ, ਰਹਾਉ ਵਾਲਾ ਬੰਦ ਕੇਂਦਰੀ ਭਾਵ ਹੁੰਦਾ ਹੈ, ਅਤੇ ਰਹਾਉ ਵਾਲੇ ਬੰਦ ਨੂੰ ਆਧਾਰ ਬਣਾ ਕੇ ਸਾਧ ਸੰਗਤ ਸ਼ਬਦ ਦੀ ਵਿਚਾਰ ਦੇ ਨਾਲ ਜੁੜਿਆ ਜਾਂਦਾ ਹੈ। ਰਹਾਉ ਵਾਲੇ ਬੰਦ ਦੇ ਅੰਦਰ ਬਾਬਾ ਕਬੀਰ ਜੀ ਕਹਿੰਦੇ, ਐਸਾ ਗਿਆਨ ਵਿਚਾਰ ਮਨਾ, ਐਸੇ ਗਿਆਨ ਦੀ ਵਿਚਾਰ ਕਰ, ਐਸੇ ਗਿਆਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆਉਣਾ ਕਰ। ਉਹ ਕਿਹੜਾ ਗਿਆਨ ਹੈ? ਸਾਧ ਸੰਗਤ। ਕਹਿੰਦੇ, ਹਰ ਕੀ ਨਾ ਸਿਮਰਹੁ ਦੁੱਖ ਭੰਜਨਾ। ਕਹਿੰਦੇ ਇਸ ਗੱਲ ਦੀ ਵਿਚਾਰ ਕਰ ਕਿ ਹਰ ਕੀ ਨਾ ਸਿਮਰੋ, ਹਰੀ ਨੂੰ ਕਿਉਂ ਨਹੀਂ ਚੇਤੇ ਕਰਦਾ। ਦੁੱਖ ਭੰਜਨਾ, ਜਿਹੜਾ ਦੁੱਖਾਂ ਦਾ ਖੰਡਨ ਕਰਨ ਵਾਲਾ ਹੈ, ਜਿਹੜਾ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ, ਉਹਨੂੰ ਚੇਤੇ ਕਿਉਂ ਨਹੀਂ ਕਰਦਾ। ਹੁਣ ਐਸੇ ਗਿਆਨ ਦੇ ਵੱਲ ਸਾਧ ਸੰਗਤ ਬਹੁਤਿਆਂ ਦਾ ਧਿਆਨ ਨਹੀਂ ਹੈ। ਜ਼ਰੂਰੀ ਹੈ ਸਾਡੇ ਕੋਲ ਦੁਨਿਆਵੀ ਗਿਆਨ, ਵਿਸ਼ਵ ਪੱਧਰ ਦਾ ਗਿਆਨ ਸਾਡੇ ਕੋਲ ਹੋਣਾ ਚਾਹੀਦਾ, ਜ਼ਰੂਰੀ ਹੈ। ਪਰ ਸਾਧ ਸੰਗਤ ਇਹਦੇ ਨਾਲ ਨਾਲ ਇੱਕ ਇਹ ਗਿਆਨ ਹੋਣਾ ਬੜਾ ਜ਼ਰੂਰੀ ਹੈ ਕਿ ਅਸੀਂ ਉਹਨੂੰ ਕਿਉਂ ਨਹੀਂ ਚੇਤੇ ਕਰਦੇ ਜਿਹੜਾ ਸਾਡੇ ਸਾਰੇ ਦੁੱਖਾਂ ਦਾ ਖੰਡਨ ਕਰਨ ਵਾਲਾ ਹੈ। ਸਾਧ ਸੰਗਤ, ਸਰੀਰ ਨੂੰ ਦੁੱਖ ਲੱਗਦਾ ਹੈ, ਮਨੁੱਖ ਗਿਆਨ ਤੇ ਸਮਝ ਦੇ ਨਾਲ ਸਾਧ ਸੰਗਤ ਕੰਮ ਕਰਦਾ ਹੈ। ਮੰਨ ਲਓ ਮਨੁੱਖ ਨੂੰ ਫੀਵਰ ਹੈ, ਬੁਖਾਰ ਹੈ, ਕੀ ਕਰਦਾ ਹੈ? ਡਾਕਟਰ ਨੇ ਮਨੇ ਕੀਤਾ ਨਹਾਉਣਾ ਨਹੀਂ, ਤੇ ਇਹਦਾ ਆਪਣਾ ਵੀ ਤਜਰਬਾ, ਇਹਦਾ ਆਪਣਾ ਵੀ ਗਿਆਨ ਹੈ ਕਿ ਨਹੀਂ ਨਹਾਉਣਾ ਨਹੀਂ ਹੈ, ਨਹਾਉਣ ਦੇ ਨਾਲ ਜਿਹੜਾ ਬੁਖਾਰ ਉਹ ਟੈਂਪਰੇਚਰ ਹੈ ਉਹ ਵੱਧ ਸਕਦਾ ਹੈ। ਜੇ ਇਹਨੂੰ ਖੰਘ ਲੱਗੀ ਹੈ ਤੇ ਇਹਨੂੰ ਵੀ ਗਿਆਨ ਹੈ ਕਿ ਖੱਟਾ ਖਾਣਾ ਗਲਤ ਹੈ, ਅਚਾਰ ਨਹੀਂ ਖਾਣਾ ਚਾਹੀਦਾ, ਠੰਡਾ ਪਾਣੀ ਨਹੀਂ ਪੀਣਾ ਚਾਹੀਦਾ, ਆਈਸਕ੍ਰੀਮ ਨਹੀਂ ਖਾਣੀ ਚਾਹੀਦੀ, ਮੈਨੂੰ ਕੋਲਡ ਡਰਿੰਕ ਨਹੀਂ ਪੀਣੀ ਚਾਹੀਦੀ। ਇਹਨੂੰ ਗਿਆਨ ਹੈ, ਇਹਨੂੰ ਇਸ ਗੱਲ ਦਾ ਪਤਾ ਹੈ। ਜਦੋਂ ਤਨ ਨੂੰ ਮੰਨ ਲਓ ਸ਼ੂਗਰ ਹੈ, ਤੇ ਇਹਨੂੰ ਇਸ ਗੱਲ ਦਾ ਗਿਆਨ ਹੈ ਕਿ ਮਿੱਠਾ ਨਹੀਂ ਖਾਣਾ ਚਾਹੀਦਾ, ਮਿੱਠਾ ਨੁਕਸਾਨਦਾਇਕ ਹੈ, ਸਰੀਰ ਨੂੰ ਨੁਕਸਾਨਦਾਇਕ ਹੈ। ਸਾਧ ਸੰਗਤ, ਇਹਨੂੰ ਗਿਆਨ ਹੈ, ਇਹਨੂੰ ਸਮਝ ਹੈ। ਜਦੋਂ ਤਨ ਨੂੰ ਰੋਗ ਲੱਗਾ ਹੁੰਦਾ ਹੈ ਸਾਧ ਸੰਗਤ, ਮਨੁੱਖ ਨੂੰ ਇਸ ਗੱਲ ਦਾ ਗਿਆਨ ਹੈ ਕਿ ਆਹ ਰੋਗ ਲੱਗਾ ਹੈ ਤੇ ਇਸ ਰੋਗ ਵਿੱਚ ਆਹ ਚੀਜ਼ ਖਾਣੀ ਹਾਨੀਕਾਰਕ ਹੈ, ਬੰਦਾ ਛੱਡ ਦਿੰਦਾ, ਨਹੀਂ ਖਾਂਦਾ। ਜਦੋਂ ਸਾਨੂੰ ਸਾਧ ਸੰਗਤ ਸਾਡੇ ਮਨ ਨੂੰ ਵਿਕਾਰਾਂ ਦੇ ਰੋਗ ਲੱਗਦੇ ਨੇ, ਉਸ ਵਕਤ ਗਿਆਨ ਪਤਾ ਨਹੀਂ ਕਿੱਥੇ ਚਲਿਆ ਜਾਂਦਾ ਹੈ। ਸਾਧ ਸੰਗਤ, ਉਦੋਂ ਸਾਡੇ ਅੰਦਰੋਂ ਗਿਆਨ ਝਲਕਦਾ ਨਹੀਂ ਹੈ। ਮਨੁੱਖ ਨੂੰ ਇਸ ਗੱਲ ਦਾ ਗਿਆਨ ਹੈ ਕਿ ਕ੍ਰੋਧ ਆਏਗਾ, ਸਾਡੇ ਜੀਵਨ ਨੂੰ ਤਬਾਹ ਕਰ ਦੇਗਾ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ ਹੈ। ਸਾਡੇ ਸਰੀਰ ਨੂੰ ਗਾਲ ਕੇ ਰੱਖ ਦੇਗਾ, ਨਾਸ਼ ਕਰਕੇ ਰੱਖ ਦੇਗਾ ਸਾਡੇ ਸਰੀਰ ਨੂੰ। ਪਤਾ ਹੋਣ ਦੇ ਬਾਵਜੂਦ ਵੀ ਸਾਧ ਸੰਗਤ ਇਹ ਵਾਸ਼ਨਾ ਦੇ ਵਿੱਚ ਪਿਆ ਹੈ, ਇਹ ਕ੍ਰੋਧ ਦੇ ਵਿੱਚ ਪਿਆ ਹੈ। ਹੁਣ ਪਤਾ ਹੈ ਕਿ ਸ਼ੂਗਰ ਹੈ, ਮਿੱਠਾ ਨਹੀਂ ਖਾਣਾ ਚਾਹੀਦਾ, ਤੇ ਜੇ ਪਤਾ ਵੀ ਹੈ ਤਾਂ ਵੀ ਖਾ ਰਿਹਾ, ਤੇ ਫਿਰ ਤੇ ਸੁਭਾਵਿਕ ਹੈ ਮੌਤ ਹੋਏਗੀ, ਸਾਧ ਸੰਗਤ ਚਲਿਆ ਜਾਏਗਾ ਦੁਨੀਆ ਤੋਂ। ਤੁਸੀਂ ਵੇਖੋ ਸਾਧ ਸੰਗਤ, ਹੈ ਸ਼ੂਗਰ, ਡਾਈਨਿੰਗ ਟੇਬਲ ਤੇ ਕਿੰਨੇ ਤਰ੍ਹਾਂ ਦੇ ਮਿਸ਼ਠਾਨ ਪਦਾਰਥ ਪਏ ਨੇ ਸਾਧ ਸੰਗਤ, ਉਹਨਾਂ ਨੂੰ ਚੱਖਦਾ ਨਹੀਂ, ਉਹਨਾਂ ਨੂੰ ਖਾਂਦਾ ਨਹੀਂ। ਜੇ ਕੋਈ ਪੁੱਛ ਲੈ ਕਿਉਂ ਨਹੀਂ ਖਾਂਦਾ, ਕਹਿੰਦਾ ਮੈਂ ਬਿਮਾਰ ਹਾਂ, ਮੈਨੂੰ ਸ਼ੂਗਰ ਹੈ। ਗਿਆਨ ਵੀ ਹੈ, ਗਿਆਨ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਪਤਾ ਕਿਉਂ? ਕਿਉਂਕਿ ਇਹਨੂੰ ਪਤਾ ਹੈ ਕਿ ਮੈਂ ਮਰ ਜਾਣਾ, ਮੇਰੀ ਮੌਤ ਹੋ ਜਾਣੀ ਹੈ। ਇਹ ਬਾਹਰੀ ਮੌਤ ਤੋਂ ਡਰਦਾ ਹੈ, ਅੰਦਰੂਨੀ ਤੌਰ ਤੇ ਇੱਕ ਦਿਨ ਵਿੱਚ ਕਿੰਨੇ ਵਾਰੀ ਮਰਦਾ ਹੈ, ਇਸ ਗੱਲ ਦਾ ਇਹਨੂੰ ਤਜਰਬਾ, ਇਸ ਗੱਲ ਦਾ ਇਹਨੂੰ ਅੰਦਾਜ਼ਾ ਨਹੀਂ ਹੈ, ਕਦੇ ਸੋਚਦਾ ਵੀ ਨਹੀਂ ਹੈ, ਇਸ ਗੱਲ ਦੀ ਕਦੇ ਪੜਚੋਲ ਵੀ ਨਹੀਂ ਕਰਦਾ, ਇਸ ਬਾਰੇ ਕਦੇ ਗਿਆਨ ਰੂਪੀ ਚਰਚਾ ਵੀ ਨਹੀਂ ਕਰਦਾ, ਜੀਵਨ 'ਚ ਗਿਆਨ ਨਹੀਂ ਲੈ ਕੇ ਆਉਂਦਾ। ਬਾਹਰੀ ਤੌਰ ਤੇ ਮੌਤ ਦਾ ਡਰ ਹੈ ਕਿ ਜੇ ਮੈਂ ਇਹ ਖਾ ਲਿਆ ਤੇ ਮੇਰਾ ਸ਼ੂਗਰ ਵੱਧ ਜਾਏਗੀ, ਮੈਂ ਮਰ ਜਾਵਾਂਗਾ। ਬੰਦਿਆ, ਅੰਦਰੂਨੀ ਤੌਰ ਤੇ ਵੀ ਸੋਚ, ਜੇ ਤੇਰੇ ਜੀਵਨ ਵਿੱਚ ਕਾਮ ਆ ਗਿਆ, ਜੇ ਤੇਰੀ ਜ਼ਿੰਦਗੀ 'ਚ ਕ੍ਰੋਧ ਆ ਗਿਆ, ਇਹਨੇ ਵੀ ਤੇ ਤੇਰੀ ਜ਼ਿੰਦਗੀ ਨੂੰ ਨਾਸ਼ ਕਰ ਦੇਣਾ, ਇਹਨੇ ਵੀ ਤੇ ਤੈਨੂੰ ਖਤਮ ਕਰ ਦੇਣਾ। ਪਰ ਸਾਧ ਸੰਗਤ, ਸਰੀਰਕ ਮੌਤ ਤੋਂ ਡਰ ਲੱਗਦਾ ਹੈ, ਆਤਮਿਕਤਾ ਦੀ ਮੌਤ ਤੋਂ ਡਰ ਨਹੀਂ ਲੱਗਦਾ ਬੰਦੇ ਨੂੰ। ਸਾਧ ਸੰਗਤ, ਅਸਲ ਵਿੱਚ ਜੀਵਨ ਉਹੀ ਹੈ
ਜਿਹੜਾ ਅੰਦਰੂਨੀ ਤੌਰ ਤੇ ਜਿਉਇਆ ਜਾ ਰਿਹਾ। ਬਾਹਰੀ ਸੁੱਖ ਨੂੰ ਸੁੱਖ ਨਹੀਂ ਕਹਿੰਦੇ ਸਾਧ ਸੰਗਤ। ਬਾਹਰੀ ਏਸੀ ਵਿੱਚ ਬੈਠਾ ਹੋਇਆ ਮਨੁੱਖ ਵੀ ਕਰੋਧੀ ਦੇ ਸਕਦਾ ਹੈ, ਕੋਈ ਵੱਡੀ ਗੱਲ ਨਹੀਂ ਹੈ। ਬਾਹਰੀ ਤੌਰ ਤੇ ਸੋਹਣਾ ਮਨੁੱਖ ਸਾਧ ਸੰਗਤ ਅੰਦਰੂਨੀ ਤੌਰ ਤੇ ਔਗਣਾਂ ਦੇ ਨਾਲ ਭਰਿਆ ਵੀ ਹੋ ਸਕਦਾ ਹੈ ਪਿਆਰਿਓ, ਅੰਦਰੋਂ ਦੇ ਔਗਣ ਵੀ ਹੋ ਸਕਦੇ ਨੇ। ਬਾਹਰੀ ਸੁਹੱਪਣ, ਬਾਹਰੀ ਪਿਆਰ, ਬਾਹਰ ਦਾ ਵਿਖਾਵਾ, ਬਾਹਰ ਦਾ ਅਡੰਬਰ, ਬਾਹਰ ਦਾ ਪਖੰਡ, ਅੰਦਰੂਨੀ ਤੌਰ ਤੇ ਕੁਝ ਹੋਰ ਹੋ ਸਕਦਾ ਹੈ ਸਾਧ ਸੰਗਤ, ਵੱਡੀ ਗੱਲ ਨਹੀਂ ਹੈ। ਤੇ ਬਾਬਾ ਕਬੀਰ ਜੀ ਕਹਿੰਦੇ ਐਸਾ ਗਿਆਨ ਵਿਚਾਰ ਮਨਾ, ਹਰ ਕੀ ਨਾ ਸਿਮਰੋਂ ਦੁੱਖ ਭੰਜਨਾ। ਇਸ ਗਿਆਨ ਦੀ ਵਿਚਾਰ ਕਰ ਕਿ ਉਹਨੂੰ ਕਿਉਂ ਨਹੀਂ ਚੇਤੇ ਕਰਦਾ ਜਿਹੜਾ ਦੁੱਖਾਂ ਦਾ ਖੰਡਨ ਕਰਨ ਵਾਲਾ ਹੈ ਸਾਧ ਸੰਗਤ। ਹੁਣ ਦੁੱਖਾਂ ਦਾ ਖੰਡਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦਾ ਖੰਡਨ ਕਰਨ ਵਾਲਾ ਕੌਣ ਹੈ ਜੀ ਭਲਾ? ਇੱਕੋ ਹੀ ਹੈ, ਹਰੀ ਰੱਬ ਹੈ, ਉਹ ਖੰਡਨ ਕਰ ਸਕਦਾ ਹੈ। ਬੜੇ ਪਿਆਰੇ ਸ਼ਬਦ ਅਸੀਂ ਬਾਬਾ ਕਬੀਰ ਜੀ ਦੇ ਜਦੋਂ ਸ਼ਬਦਾਂ ਨੂੰ ਪੜ੍ਹਦੇ ਹਾਂ ਨਾ, ਬੜੇ ਪਿਆਰੇ ਸ਼ਬਦ ਆ। ਪੰਚ ਬੇਖਾਦੀ ਏਕ ਗਰੀਬਾ, ਅਰਦਾਸ ਕੀਤੀ ਬਾਬਾ ਕਬੀਰ ਜੀ ਨੇ, ਸਤਿਗੁਰੂ ਜੀ ਅਸੀਂ ਤੁਹਾਨੂੰ ਚੇਤੇ ਨਹੀਂ ਕਰਦੇ, ਅਸੀਂ ਦੁੱਖਾਂ ਦੇ ਵਿੱਚ ਪਏ ਹਾਂ, ਸਾਡੇ ਮਨ ਨੂੰ ਪੰਜਾਂ ਵਿਕਾਰਾਂ ਨੇ ਘੇਰਿਆ ਹੋਇਆ ਹੈ, ਮਾਲਕ ਜੀ ਕਰੋ ਕਿਰਪਾ ਅਸੀਂ ਇਹਨਾਂ ਤੋਂ ਬਚਣ ਦਾ ਯਤਨ ਕਰ ਸਕੀਏ। ਪੰਚ ਬੇਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ ਖੇਦ ਕਰੈ, ਅਰ ਬਹੁਤ ਸੰਤਾਵੇਂ, ਬੜੇ ਦੁਖੀ ਕਰਦੇ ਆ, ਬੜੇ ਸਤਾਉਂਦੇ ਆ, ਮਾਲਕ ਜੀ ਕਰੋ ਕਿਰਪਾ ਸਾਡੇ ਤੇ। ਇਹਦਾ ਆਰੰਭ ਵਾਲਾ ਬੰਦ ਹੈ ਸਾਧ ਸੰਗਤ, ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਰਹਾਓ ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਰਾਖੋ ਰਾਖਣ ਹਾਰੇ ਖੇਦ ਕਰੈ, ਅਰ ਬਹੁਤ ਸੰਤਾਵੈ, ਆਇਓ ਸ਼ਰਨ ਤੁਹਾਰੇ। ਸਤਿਗੁਰੂ ਜੀ ਬੜੇ ਪਰੇਸ਼ਾਨ ਕਰਦੇ ਨੇ। ਏਕ ਕੋਟ ਪੰਚ ਸਿਕਦਾਰਾ, ਪੰਚੇ ਮੰਗੈ ਹਾਲਾ, ਜਿਮੀ ਨਾਹੀ ਮੈਂ ਕਿਸੀ ਕੀ ਬੋਈ, ਐਸਾ ਦੇਨ ਦੁਖਾਲਾ। ਸਤਿਗੁਰੂ ਜੀ ਏਕ ਕੋਟ ਪੰਚ ਸਿਕਦਾਰਾ, ਪੰਚੇ ਮੰਗੈ ਹਾਲਾ, ਜਿਵੇਂ ਬਾਣੀ ਵਿੱਚ ਇੱਦਾਂ ਵੀ ਆਖਿਆ, ਪੰਚ ਅਵਰ ਹਮ ਏਕ ਜਨਾ, ਪੰਜ ਹੋਰ ਨੇ ਮਾਲਕ ਦੀ, ਉਹ ਕਿਹੜੇ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਸਾਧ ਸੰਗਤ ਦੁਨਿਆਵੀ ਘਰ ਵਿੱਚ ਇੱਕ ਚੋਰ ਆ ਜਾਏ ਨਾ ਸਾਧ ਸੰਗਤ, ਤੋਂ ਸਾਰਾ ਕੁਝ ਲੁੱਟ ਪੁੱਟ ਕੇ ਲੈ ਜਾਂਦਾ, ਸਾਰੀ ਜ਼ਿੰਦਗੀ ਦਾ ਕਮਾਇਆ ਹੋਇਆ ਸਰਮਾਇਆ ਕਈ ਵਾਰ ਲੁੱਟ ਕੇ ਲੈ ਜਾਂਦਾ। ਇਸ ਸਰੀਰ ਰੂਪੀ ਘਰ ਦੇ ਵਿੱਚ ਪੰਜ ਚੋਰ, ਪੰਜ ਵਿਕਾਰ ਸਾਡੇ ਅੰਦਰੋਂ ਚੋਰੀ ਕਰ ਰਹੇ ਨੇ। ਕੀ ਕਰ ਰਹੇ ਨੇ ਸਾਧ ਸੰਗਤ? ਸਤ, ਸੰਤੋਖ, ਦਇਆ, ਧਰਮ, ਧੀਰਜ, ਨਿਮਰਤਾ, ਪਿਆਰ, ਇਹ ਸਾਰਾ ਕੁਝ ਲੁੱਟ ਕੇ ਲੈ ਗਏ ਸਾਧ ਸੰਗਤ। ਅਸੀਂ ਪਰਵਾਹ ਹੀ ਨਹੀਂ ਕਰਦੇ, ਕਈ ਵਾਰ ਸੋਚਦੇ ਹੀ ਨਹੀਂ। ਸਾਡੇ ਘਰ ਵਿੱਚ ਰਾਤ ਚੋਰ ਆ ਜਾਏ, ਜਦੋਂ ਸਾਜੋ ਸਮਾਨ ਲੁੱਟ ਕੇ ਲੈ ਕੇ ਜਾਂਦਾ, ਅਸੀਂ ਸਵੇਰੇ ਦਰਖਾਸਤ ਦੇ ਕੇ ਆਉਂਦੇ ਹਾਂ। ਅਸੀਂ ਸਾਰਿਆਂ ਨੂੰ ਦੱਸਦੇ ਹਾਂ ਕਿ ਰਾਤ ਚੋਰ ਆਇਆ ਸੀ ਅਤੇ ਸਾਡੇ ਘਰੋਂ ਇੰਨਾ ਸਮਾਨ ਲੁੱਟ ਕੇ ਲੈ ਗਿਆ, ਸਾਡੇ ਪੈਸੇ ਲੈ ਗਿਆ, ਸਾਡੇ ਕੱਪੜੇ ਲੈ ਗਿਆ, ਸਾਡਾ ਸੋਨਾ ਲੈ ਗਿਆ, ਸਾਡਾ ਚਾਂਦੀ ਲੈ ਗਿਆ, ਅਸੀਂ ਦੱਸਦੇ ਹਾਂ ਨਾ ਜੀ। ਪਰ ਇਸ ਸਰੀਰ ਰੂਪੀ ਘਰ ਦੇ ਵਿੱਚੋਂ ਪੰਜ ਚੋਰ ਕੀ ਕੁਝ ਲੁੱਟੀ ਜਾਂਦੇ ਆ, ਕਦੇ ਕਿਸੇ ਨੂੰ ਦੱਸਣ ਦਾ ਯਤਨ ਨਹੀਂ ਕੀਤਾ ਸਾਧ ਸੰਗਤ। ਮੈਂ ਕਹਿੰਦਾ ਲੋਕਾਂ ਨੂੰ ਨਾ ਦੱਸੋ, ਨਾ ਦੱਸੋ ਲੋਕਾਂ ਨੂੰ। ਬਾਬਾ ਕਬੀਰ ਜੀ ਵਾਂਗੂ ਗੁਰੂ ਨੂੰ ਤੇ ਦੱਸੋ ਨਾ ਸਾਧ ਸੰਗਤ, ਗੁਰੂ ਨੂੰ ਤਾਂ ਦੱਸੋ ਮਾਲਕ ਜੀ ਸਾਨੂੰ ਅੰਦਰੋਂ ਇਹ ਪੰਜ ਚੋਰ ਜਿਉਣ ਨਹੀਂ ਦਿੰਦੇ, ਸਾਡਾ ਅੰਦਰ ਖਾਤੇ ਨੁਕਸਾਨ ਕਰ ਰਹੇ ਨੇ, ਸਾਡੇ ਤੇ ਕਿਰਪਾ ਕਰੋ, ਸਾਡਾ ਭਲਾ ਕਰੋ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ। ਤੇ ਬਾਬਾ ਕਬੀਰ ਜੀ ਕਰਦੇ ਕੀ ਕੁਝ ਆ ਜੀ ਭਲਾ? ਸਤਾਉਂਦੇ ਆ, ਪਰੇਸ਼ਾਨ ਕਰਦੇ ਆ। ਬਾਬਾ ਕਬੀਰ ਜੀ ਕਹਿੰਦੇ ਬੜਾ ਪਰੇਸ਼ਾਨ ਕਰਦੇ ਆ, ਜਿਉਣ ਨਹੀਂ ਦਿੰਦੇ ਸਹੀ ਤਰੀਕੇ ਦੇ ਨਾਲ। ਜਦੋਂ ਟਿਕਾ ਬਣਦਾ ਹੈ, ਕਦੇ ਕ੍ਰੋਧ ਆ ਜਾਂਦਾ ਹੈ, ਜ਼ਿੰਦਗੀ ਦਾ ਟਿਕਾ ਬਣਦਾ ਹੈ, ਕਦੇ ਵਾਸ਼ਨਾ ਹਾਵੀ ਹੋ ਜਾਂਦੀ ਹੈ, ਟਿਕਾ ਬਣਦਾ, ਕਦੇ ਲਾਲਚ ਆ ਜਾਂਦਾ ਹੈ, ਕਦੇ ਮੋਹ ਪੈਦਾ ਹੋ ਜਾਂਦਾ ਹੈ। ਮਾਲਕ ਜੀ ਜਿਉਣ ਨਹੀਂ ਦਿੰਦੇ। ਅਵਰ ਪੰਚ
ਹਮ ਏਕ ਜਨਾ, ਮੈਂ ਮਾਲਕ ਜੀ ਕੱਲਾ ਤੇ ਇਹ ਪੰਜ, ਹੁਣ ਮੈਂ ਕੱਲਾ ਇਹਨਾਂ ਦੇ ਨਾਲ ਕਿਵੇਂ ਲੜਾਂ? ਮੇਰੇ ਅੰਦਰ ਤਾਕਤ ਨਹੀਂ ਹੈ, ਤੁਸੀਂ ਕਿਰਪਾ ਕਰੋ ਮੇਰੇ ਤੇ। ਮੇਰੇ ਅੰਦਰ ਇੰਨੀ ਤਾਕਤ ਨਹੀਂ ਮਾਲਕ ਜੀ ਮੈਂ ਇਹਨਾਂ ਨਾਲ ਲੜ ਸਕਾਂ, ਤੁਸੀਂ ਮੇਰੇ ਤੇ ਕਿਰਪਾ ਕਰੋ, ਮੈਂ ਤਾਂ ਲੜ ਸਕਦਾ ਹਾਂ ਇਹਨਾਂ ਦੇ ਨਾਲ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ, ਮਾਰੈ ਲੂਟੈ, ਆਹ ਕੰਮ ਕਰਦੇ, ਮਾਰੈ ਲੂਟੈ, ਮਾਰਦੇ ਵੀ ਆ ਤੇ ਲੁੱਟਦੇ ਵੀ ਆ। ਨੀਤ ਨੀਤ ਨਿਤ ਨਿਤ ਰੋਜ਼ ਹੀ ਇਹੋ ਕੰਮ ਇਹਨਾਂ ਨੇ ਫੜਿਆ। ਘਰ ਵਿੱਚ ਰੋਜ਼ ਹੀ ਚੋਰ ਆ ਜਾਏ, ਸਤ ਸੰਗਤ ਰੋਜ਼ ਹੀ ਹੈ। ਚਲੋ ਕਦੇ ਆ ਗਿਆ 5 7 10 ਸਾਲ ਬਾਅਦ ਘਰ 'ਚ ਚੋਰੀ ਹੋ ਜਾਏ ਤਾਂ ਬੰਦੇ ਨੂੰ ਘੱਟ ਫਿਕਰ ਹੁੰਦਾ। ਹੁਣ ਰੋਜ਼ ਹੀ ਚੋਰੀ ਹੋਈ ਜਾਵੇ ਹਾਂ ਘਰ 'ਚੋਂ ਸਤ ਸੰਗਤ, ਫਿਰ ਤੇ ਫਿਕਰ ਹੋਣਾ ਚਾਹੀਦਾ ਹੈ ਨਾ ਜੀ। ਰੋਜ਼ ਹੀ ਘਰ 'ਚੋਂ ਚੋਰੀ ਹੋ ਰਹੀ ਹੋਵੇ, ਬੰਦਾ ਸੁਚੇਤ ਹੁੰਦਾ ਹੈ, ਬੰਦਾ ਕੈਮਰੇ ਲਾਉਂਦਾ ਹੈ, ਬੰਦਾ ਆਪਣੇ ਵਾਸਤੇ ਪ੍ਰਬੰਧ ਕਰਦਾ ਹੈ, ਬੰਦੇ ਰੱਖਦਾ ਹੈ, ਕਹਿੰਦਾ ਕਿ ਅੱਜ ਚੋਰੀ ਹੋਈ ਹੈ ਤਾਂ ਕੱਲ੍ਹ ਨੂੰ ਵੀ ਹੋਏਗੀ। ਰੋਜ਼ ਹੋ ਰਹੀ ਹੈ, 5 7 ਦਿਨਾਂ ਤੋਂ ਲਗਾਤਾਰ ਚੋਰੀ ਹੋ ਰਹੀ ਆ, ਪ੍ਰਬੰਧ ਕਰਦਾ ਹੈ। ਅਤੇ ਸਾਧ ਸੰਗਤ ਬਾਬਾ ਕਬੀਰ ਜੀ ਕਹਿੰਦੇ ਇੱਥੇ ਰੋਜ਼ ਹੀ ਮਾਰਦੇ ਵੀ ਆ, ਲੁੱਟਦੇ ਵੀ ਆ। ਮਾਰੈ ਲੁਟੈ ਨੀਤ ਨੀਤ, ਤਿਸ ਆਗੇ ਕਰੀ ਪੁਕਾਰ ਜਨਾ। ਮਾਲਕ ਜੀ ਤੇਰੇ ਤੋਂ ਬਗੈਰ ਦੱਸੋ ਕਿਹਦੇ ਅੱਗੇ ਪੁਕਾਰ ਕਰੀਏ, ਕਿਉਂਕਿ ਤੁਸੀਂ ਜੇ ਸਾਡੇ, ਤੁਸੀਂ ਬਚਾ ਸਕਦੇ ਜੇ ਸਾਨੂੰ, ਹੋਰ ਕੋਈ ਨਹੀਂ ਬਚਾ ਸਕਦਾ। ਅੰਦਰੋਂ ਅਰਦਾਸ ਕਰਨੀ ਪੈਂਦੀ ਹੈ ਸਾਧ ਸੰਗਤ, ਬੜਾ ਵੱਡਾ ਪੱਖ ਹੈ ਅਰਦਾਸ ਇੱਕ ਆਪਣੇ ਆਪ ਵਿੱਚ। ਜਿਵੇਂ ਮਨੁੱਖ ਦੀ ਸਰੀਰ ਦੀ ਸਾਧ ਸੰਗਤ, ਮਨੁੱਖ ਦੇ ਸਰੀਰ ਵਿੱਚ ਰੀੜ੍ਹ ਦੀ ਹੱਡੀ ਦਾ ਹੋਣਾ ਜ਼ਰੂਰੀ ਹੈ ਨਾ ਜੀ। ਜੇ ਰੀੜ੍ਹ ਦੀ ਹੱਡੀ ਨਹੀਂ ਤੇ ਬੰਦਾ ਕਾਹੇ ਜੋਗਾ ਨਹੀਂ। ਜੇ ਸਿੱਖ ਦੇ ਜੀਵਨ ਵਿੱਚ ਅਰਦਾਸ ਨਹੀਂ ਤੇ ਸਿੱਖ ਕਾਹੇ ਜੋਗਾ ਨਹੀਂ ਸਾਧ ਸੰਗਤ। ਅਰਦਾਸ ਦੇ ਪਤਾ ਕਿੰਨੇ ਸ਼ਬਦ ਨੇ ਸਾਧ ਸੰਗਤ? ਐੜਾ ਰੱਰਾ ਦੱਦਾ ਤੇ ਸੱਸਾ। ਐੜੇ ਦਾ ਅਰਥ ਹੈ ਉਹਦੇ ਅੱਗੇ ਅਰਦਾਸ ਕਰਨੀ ਹੈ ਜਿਹੜਾ ਅੰਤਰਜਾਮੀ ਹੈ, ਜਿਹੜਾ ਦਿਲਾਂ ਦੀਆਂ ਜਾਣਦਾ ਹੈ। ਰਰੇ ਦਾ ਅਰਥ ਕੀ ਹੈ ਸਾਧ ਸੰਗਤ? ਜਿਹੜਾ ਰਾਖਾ ਹੈ, ਜਿਹੜੀ ਸਾਡੀ ਰੱਖਿਆ ਕਰ ਸਕੇ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਂ ਕਾ ਅੰਤਰਜਾਮੀ। ਐੜੇ ਦਾ ਅਰਥ ਹੈ ਅੰਤਰਜਾਮੀ ਦੇ ਅੱਗੇ ਅਰਦਾਸ ਕਰਨੀ ਹੈ। ਰਰੇ ਦਾ ਅਰਥ ਹੈ ਰਾਖੇ ਅੱਗੇ ਕਰਨੀ ਹੈ, ਜਿਹੜਾ ਰੱਖਿਆ ਕਰ ਸਕੇ ਉਹਦੇ ਅੱਗੇ ਅਰਦਾਸ ਕੀਤੀ ਜਾਏਗੀ ਨਾ। ਦੱਦੇ ਦਾ ਅਰਥ ਹੈ ਉਹਦੇ ਅੱਗੇ ਅਰਦਾਸ ਕਰਨੀ ਹੈ ਜਿਹੜਾ ਦਾਤਾ ਹੋਵੇ, ਜਿਹੜਾ ਦਾਤਾਂ ਦੇ ਸਕਦਾ ਹੋਵੇ। ਅਤੇ ਸੱਸੇ ਦਾ ਅਰਥ ਹੈ ਉਹਦੇ ਅੱਗੇ ਅਰਦਾਸ ਕਰਨੀ ਹੈ ਜਿਹੜੀ ਸਾਡੀ ਜ਼ਿੰਦਗੀ ਦਾ ਸਹਾਰਾ ਹੋ ਸਕੇ। ਜਿਹੜਾ ਸਹਾਰਾ ਨਹੀਂ, ਜਿਹੜਾ ਦਾਤਾ ਨਹੀਂ, ਜਿਹੜਾ ਅੰਤਰਜਾਮੀ ਨਹੀਂ, ਉਹਦੇ ਅੱਗੇ ਅਰਦਾਸ ਕਰਨ ਦਾ ਵੀ ਕੋਈ ਲਾਭ ਨਹੀਂ ਸਾਧ ਸੰਗਤ। ਉਹਦੇ ਅੱਗੇ ਅਰਦਾਸ, ਜਿਹੜਾ ਰਾਖੀ ਵੀ ਨਹੀਂ ਕਰ ਸਕਦਾ, ਉਹਦੇ ਅੱਗੇ ਅਰਦਾਸ ਕਰਨ ਦਾ ਫਾਇਦਾ ਹੀ ਕੀ ਸਾਧ ਸੰਗਤ। ਜਿਵੇਂ ਮਨੁੱਖ ਦੀ ਸਰੀਰ ਦੇ ਵਿੱਚ ਹੱਡੀ ਦਾ ਹੋਣਾ ਜ਼ਰੂਰੀ ਹੈ, ਸਿੱਖ ਦੇ ਜੀਵਨ ਵਿੱਚ ਅਰਦਾਸ ਦਾ ਹੋਣਾ ਬਹੁਤ ਜ਼ਰੂਰੀ ਹੈ ਸਾਧ ਸੰਗਤ। ਅਰਦਾਸ ਕਰਿਆ ਕਰੀਏ ਸਾਧ ਸੰਗਤ। ਅਵਰ ਪੰਚ ਹਮ ਏਕ ਜਨਾ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ, ਕਿਉਂ ਰਾਖੋ ਘਰ ਬਾਰ ਮਨਾ। ਮਾਰੈ ਲੂਟੈ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ। ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ। ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਖੇਦ ਕਰਹਿ ਅਰ ਬਹੁਤ ਸੰਤਾਵੈ, ਆਇਓ ਸ਼ਰਨ ਤੁਹਾਰੇ। ਤੁਹਾਡੀ ਸ਼ਰਨ ਵਿੱਚ ਆਇਆ, ਮਾਲਕ ਜੀ ਰੱਖਿਆ ਕਰੋ। ਐਸਾ ਗਿਆਨ ਵਿਚਾਰ ਮਨਾ, ਹਰ ਕੀ ਨਾ ਸਿਮਰੋ ਦੁਖ ਭੰਜਨਾ। ਬੰਦਾ ਇਸ ਗਿਆਨ ਦੀ ਵਿਚਾਰ ਇਸ ਕਰਕੇ ਵੀ ਨਹੀਂ ਕਰਦਾ ਸਾਧ ਸੰਗਤ, ਹਰ ਕੀ ਨਾ ਸਿਮਰੋਂ ਦੁੱਖ ਭੰਜਨਾ। ਹਰੀ ਨੂੰ ਇਸ ਕਰਕੇ ਵੀ ਚੇਤੇ ਨਹੀਂ ਕਰਦਾ ਕਿਉਂਕਿ ਇਹਦੀ ਜ਼ਿੰਦਗੀ ਦੇ ਵਿੱਚ ਹਉਮੈ ਪ੍ਰਗਟ ਹੋਈ ਹੈ ਸਾਧ ਸੰਗਤ। ਹਉਮੈ ਦਾ ਵਾਸਾ ਹੈ। ਆਰੰਭ ਦੀਆਂ ਪੰਕਤੀਆਂ ਵਿੱਚ ਦਾਤਾਰ ਪਿਤਾ ਜੀ ਕਹਿੰਦੇ ਜਬ ਲਗ ਮੇਰੀ ਮੇਰੀ ਕਰੈ,
तब लग काज एक नहीं सरै। ਜਦੋਂ ਤੱਕ ਬੰਦਾ ਕਹਿੰਦਾ ਨਾ ਮੈਂ ਮੇਰੀ ਕਰਦਾ ਰਹਿੰਦਾ, ਉਦੋਂ ਤੱਕ ਕੋਈ ਕਾਜ ਨਹੀਂ ਸੌਰ ਸਕਦਾ। ਜਿੱਦਣ ਮੇਰੀ ਮੇਰੀ ਮਿਟ ਜਾਂਦੀ ਹੈ ਸਾਧ ਸੰਗਤ, ਉਦਣ ਕਾਜ ਸੌਰ ਸਕਦੇ ਆ ਜੀ, ਉਦਣ ਕਾਰਜ ਸਵਰਦੇ ਆ। ਜਦੋਂ ਤੱਕ ਮੇਰੀ ਮੇਰੀ ਕਰੇਗਾ ਉਦੋਂ ਤੱਕ ਕਾਰਜ ਨਹੀਂ ਸੌਰ ਸਕਦੇ। ਤੇਰੀ ਮੇਰੀ ਮੇਰੀ ਦੀ ਬਜਾਏ ਤੇਰੀ ਤੇਰੀ ਕਰਨੀ ਸ਼ੁਰੂ ਕਰ ਦੇ। ਮੈਂ ਰਾਤ ਦੇ ਦੀਵਾਨ ਵਿੱਚ ਬੇਨਤੀ ਕੀਤੀ ਸੀ ਸਾਧ ਸੰਗਤ, ਜੇ ਅਸੀਂ ਸੇਵਾ ਕਰੀਏ ਨਾ ਤੇ ਅਸੀਂ ਇਹ ਨਾ ਕਹੀਏ ਮੈਂ ਕੀਤੀ, ਅਸੀਂ ਕਹੀਏ ਗੁਰੂ ਦੀ ਸੀ, ਗੁਰੂ ਨੇ ਕਰਾ ਲਈ। ਅਸੀਂ ਕੋਈ ਵੀ ਕੰਮ ਕਰੀਏ, ਧਰਮ ਦੀ ਦੁਨੀਆ ਵਿੱਚ ਕੋਈ ਵੀ ਕਾਰਜ ਕਰੀਏ ਤੇ ਸਾਧ ਸੰਗਤ ਅਸੀਂ ਕਹੀਏ ਅਸੀਂ ਨਹੀਂ ਕੀਤਾ, ਰੱਬ ਨੇ ਗੁਰੂ ਨੇ ਸਾਡੇ ਤੋਂ ਕਰਵਾ ਲਿਆ। ਸਾਧ ਸੰਗਤ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ, ਜ਼ਿੰਦਗੀ 'ਚ ਤੇਰੀ ਤੇਰੀ ਆ ਜਾਏ ਨਾ ਸਾਧ ਸੰਗਤ, जब मेरी मेरी मिट जाए तब प्रभ काज सवारे आए। जिदन मेरी मेरी मिट गई तेरी तेरी आ गई तो सारे कारज सफल हो जाने। साध संगत सारे कारज सफल हो जाएंगे। ऐसा ज्ञान विचार मना हर की ना सिमरों दुख भंजना रहाओ। जब लग सिंह ਇੱਥੇ ਦੋ ਸ਼ਬਦ ਆਇਆ ਸਾਧ ਸੰਗਤ, ਇੱਕ ਸਿੰਘ ਤੇ ਇੱਕ ਸ਼ਿੰਗਾਰ। ਇੱਕ ਸਿੰਘ ਆਇਆ ਸਾਧ ਸੰਗਤ ਤੇ ਇੱਕ ਆਇਆ ਸ਼ਿਆਰ। ਸਿੰਘ ਦਾ ਅਰਥ ਹੁੰਦਾ ਸ਼ੇਰ ਤੇ ਸਿਆਰ ਦਾ ਅਰਥ ਹੁੰਦਾ ਗਿੱਦੜ। ਸਿੰਘ ਦਾ ਅਰਥ ਹੁੰਦਾ ਸ਼ੇਰ। ਇੱਥੇ ਕਹਿੰਦੇ ਜਬ ਲਗ ਸਿੰਘ ਰਹਿ ਬਨ ਮਾਹੇ, ਜਿੰਨਾ ਚਿਰ ਤੱਕ ਸ਼ੇਰ ਜੰਗਲ 'ਚ ਰਹਿੰਦਾ। ਸਾਧ ਸੰਗਤ ਇਸ ਸਾਡੇ ਸਰੀਰ ਰੂਪੀ ਜੰਗਲ ਦੇ ਵਿੱਚ ਜਿੰਨਾ ਚਿਰ ਤੱਕ ਹੰਕਾਰ ਰੂਪੀ ਸ਼ੇਰ ਰਹੇਗਾ ਉਹਨਾਂ ਚਿਰ ਤੱਕ ਸਾਧ ਸੰਗਤ ਗੁਣਾ ਰੂਪੀ ਬਨਸਪਤੀ ਪ੍ਰਫੁੱਲਤ ਨਹੀਂ ਹੋ ਸਕਦੀ। ਸਮਝੋ, ਧਿਆਨ ਨਾਲ ਸਮਝੋ ਸਾਧ ਸੰਗਤ। ਇੱਕ ਵਾਰ ਪੰਕਤੀਆਂ ਪੜ੍ਹਦੇ ਹਾਂ। ਕਹਿੰਦੇ ਜਬ ਲਗ ਸਿੰਘ ਰਹਿ ਬਨ ਮਾਹੇ ਤਬ ਲਗ ਬਨ ਫੂਲੈ ਹੀ ਨਾਹੇ। ਦੁਬਾਰਾ ਸੁਣਿਓ ਧਿਆਨ ਨਾਲ। जब लग सिंह रह बन माहे तब लग बन फूलै ही नाहे। ਜਦੋਂ ਤੱਕ ਹੰਕਾਰ ਰੂਪੀ ਸ਼ੇਰ ਸਾਡੇ ਸਰੀਰ ਰੂਪੀ ਜੰਗਲ ਵਿੱਚ ਰਹੇਗਾ ਪਿਆਰਿਓ, ਗੁਣਾ ਰੂਪੀ ਬਨਸਪਤੀ ਕਦੇ ਵੀ ਪ੍ਰਫੁੱਲਤ ਨਹੀਂ ਹੋ ਸਕਦੀ। ਹੰਕਾਰ ਨੇ ਕੋਈ ਵੀ ਗੁਣ ਪੈਦਾ ਨਹੀਂ ਹੋਣ ਦੇਣਾ। ਸਾਧ ਸੰਗਤ ਜਿਹਦੀ ਜ਼ਿੰਦਗੀ 'ਚ ਹੰਕਾਰ ਹੋਏਗਾ ਨਾ, ਉਹ ਕਿਸੇ ਦੇ ਕੋਲੋਂ ਕੁਝ ਸਿੱਖ ਨਹੀਂ ਸਕਦਾ, ਕਦੇ ਨਹੀਂ। ਬੜੀ ਦੂਰ ਦੀ ਗੱਲ ਹੈ ਸਾਧ ਸੰਗਤ, ਕਦੇ ਕੁਝ ਵੀ ਨਹੀਂ ਸਿੱਖ ਸਕਦਾ। ਹੰਕਾਰੀ ਬੰਦਾ ਨਾ ਜਤੀ ਹੋ ਸਕਦਾ ਨਾ ਸਤੀ ਹੋ ਸਕਦਾ। ਸਾਧ ਸੰਗਤ ਹੰਕਾਰ ਤੇ ਹੰਕਾਰ ਹੀ ਹੈ। ਤਾਈਓ ਤੇ ਬਾਣੀ ਵਿੱਚ ਬੜੇ ਪਿਆਰੇ ਸ਼ਬਦ ਵਰਤੇ ਸੀ ਸਾਧ ਸੰਗਤ। ਬਾਣੀ ਵਿੱਚ ਆਖਿਆ ਸੀ ਨਾ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਅਗਮ ਜੈਸੇ ਲਹਿਰ ਮੈਂ ਉਧਦ, जल केवल जल माही। माधवे क्या कहिए भ्रम ऐसा, जैसा मानीए होए ना तैसा। बड़े प्यारे शब्द है। कहते जदों तक तू है मालका, ये हौमै कदे भी अपना प्रगटावा नहीं कर सकती। जिन्ना चिर तक हौमै है कदे रब हिरदे चों प्रगट नहीं हो सकता। साध संगत बाणी विच इंज भी आखे, बड़े प्यारे शब्द है। हौमै नावे नाल विरोध है, ਦੋਏ ਨਾ ਵਸੈ ਇੱਕ ਠਾਏ। ਹੰਕਾਰ ਤੇ ਰੱਬ ਦਾ ਨਾਮ ਇੱਕ ਥਾਂ ਤੇ ਦੋਵੇਂ ਇਕੱਠੇ ਨਹੀਂ ਵਾ ਸਕਦੇ। ਇਹਨਾਂ ਦਾ ਆਪਸ ਵਿੱਚ ਬੜਾ ਵੱਡਾ ਵਿਰੋਧ ਹੈ। ਜਿੱਥੇ ਰੱਬ ਦਾ ਨਾਮ ਹੋਏਗਾ ਉੱਥੇ ਹਉਮੈ ਨਹੀਂ ਹੋਏਗੀ, ਜਿੱਥੇ ਹਉਮੈ ਹੋਏਗੀ ਉੱਥੇ ਰੱਬ ਦਾ ਨਾਮ ਨਹੀਂ ਹੋਏਗਾ। ਆਪਸ ਵਿੱਚ ਵਿਰੋਧ ਹੈ ਇਹਨਾਂ ਦਾ, ਇੱਕ ਥਾਂ ਤੇ ਟਿਕ ਨਹੀਂ ਸਕਦੇ। ਨਿਮਰਤਾ ਤੇ ਹੰਕਾਰ ਵੀ ਇੱਕ ਥਾਂ ਤੇ ਨਹੀਂ ਟਿਕ ਸਕਦੇ। ਸਾਧ ਸੰਗਤ ਕਦੇ ਨਹੀਂ। ਕਿਰਪਾ ਕੀਤੀ। ਕਹਿੰਦੇ ਜਬ ਲਗ ਸਿੰਘ ਰਹਿ ਬਨ ਮਾਹੇ ਤਬ ਲਗ ਬਨ ਫੂਲੈ ਹੀ ਨਾਹੇ। ਜਬ ਹੀ ਸ਼ਿਆਰ ਸਿੰਘ ਕੋ ਖਾਏ। ਹੁਣ ਗਿੱਦੜ ਸ਼ੇਰ ਨੂੰ ਖਾ ਜਾਂਦਾ ਭਲਾ? ਸਾਧ ਸੰਗਤ ਗਿੱਦੜ ਥੋੜੀ ਸ਼ੇਰ ਨੂੰ ਖਾ ਸਕਦਾ ਕਿਤੇ। ਇੱਥੇ ਇੱਕ ਪ੍ਰਤੀਕ ਵਰਤਿਆ ਗਿਆ, ਸੰਕੇਤਕ ਹੈ ਸਾਧ ਸੰਗਤ ਸਮਝਾਉਣ ਵਾਸਤੇ। ਕਹਿੰਦੇ ਜਿੱਦਣ ਨਿਮਰਤਾ ਰੂਪੀ ਗਿੱਦੜ ਸਾਡੇ ਜੀਵਨ ਵਿੱਚ ਆ ਜਾਏਗਾ, ਹੰਕਾਰ ਰੂਪੀ ਸ਼ੇਰ ਬਾਹਰ ਚਲਿਆ ਜਾਏਗਾ। ਜਿਨ੍ਹਾਂ ਦੇ ਜੀਵਨ ਵਿੱਚ ਨਿਮਰਤਾ ਹੁੰਦੀ ਹੈ ਉਹਨਾਂ ਦੇ ਜੀਵਨ ਵਿੱਚ ਹੰਕਾਰ ਨਹੀਂ ਹੁੰਦਾ। ਸਾਧ ਸੰਗਤ ਉਹ ਵੱਖਰੀ ਗੱਲ ਹੈ। ਅੱਜ ਬਾਹਰੀ ਤੌਰ 'ਤੇ ਨਿਮਰਤਾ ਵਿਖਾਈ ਜਾਂਦੀ ਹੈ ਅਤੇ ਅੰਦਰੂਨੀ ਤੌਰ 'ਤੇ ਹੰਕਾਰ ਵੀ ਹੁੰਦਾ ਬੰਦੇ ਨੂੰ। ਸਾਧ ਸੰਗਤ ਉਹ ਨਿਮਰਤਾ ਇਸ ਕਰਕੇ ਵਿਖਾਈ ਜਾਂਦੀ ਸਾਧ ਸੰਗਤ, ਲੋੜਾਂ ਪੂਰੀਆਂ ਕਰਨ ਵਾਸਤੇ ਵਿਖਾਈ ਜਾਂਦੀ। ਕਈ ਵਾਰ ਜਿਹਦੇ ਤੋਂ ਲੋੜ ਹੋਵੇ ਉਹਦੇ ਅੱਗੇ ਨਿਮਰਤਾ ਹੁੰਦੀ ਹੈ, ਅਤੇ ਜਿਹਦੇ ਤੋਂ ਲੋੜ ਨਾ ਹੋਵੇ ਤਾਂ ਉਹਦੇ ਅੱਗੇ
ਹੰਕਾਰ ਹੁੰਦਾ ਹੈ, ਪਰ ਨਿਮਰਤਾ ਹੁੰਦੀ ਹੈ ਸਾਧ ਸੰਗਤ। ਇਹ ਭਾਵੇਂ ਆਪਣੇ ਤੋਂ ਕੋਈ ਵੱਡਾ ਹੋਵੇ, ਭਾਵੇਂ ਆਪਣੇ ਤੋਂ ਛੋਟਾ ਹੋਵੇ, ਮਨੁੱਖ ਦੇ ਜੀਵਨ ਦੇ ਅੰਦਰ ਨਿਮਰਤਾ ਹੋਣੀ ਚਾਹੀਦੀ ਹੈ ਸਾਧ ਸੰਗਤ। ਪਿਆਰ ਹੋਣਾ ਚਾਹੀਦਾ। ਪਿਆਰ ਦੇ ਨਾਲ ਦਿਲਾਂ 'ਤੇ ਰਾਜ ਕੀਤਾ ਜਾ ਸਕਦਾ ਹੈ ਪਿਆਰਿਓ। ਨਿਮਰਤਾ ਦੇ ਨਾਲ ਕਿਸੇ ਤੋਂ ਕੁਝ ਵੀ ਕਰਵਾਇਆ ਜਾ ਸਕਦਾ ਹੈ। ਹੰਕਾਰ ਵਿੱਚ, ਕ੍ਰੋਧ ਵਿੱਚ ਕਦੇ ਕੁਝ ਵੀ ਨਹੀਂ ਕਰਵਾਇਆ ਜਾ ਸਕਦਾ ਸਾਧ ਸੰਗਤ। ਕਹਿੰਦੇ ਜਬ ਹੀ ਸ਼ਿਆਰ ਸਿੰਘ ਕੋ ਖਾਏ, ਫੂਲ ਰਹੀ ਸਗਲੀ ਬਨ ਰਾਏ। ਜ਼ਿੰਦਗੀ 'ਚ ਨਿਮਰਤਾ ਹੋਏਗੀ ਤੇ ਗੁਣਾ ਰੂਪੀ ਬਨਸਪਤੀ ਪ੍ਰਫੁੱਲਤ ਹੋਏਗੀ। ਨਿਮਰਤਾ ਹੋਏਗੀ, ਬੰਦਾ ਸਿੱਖ ਸਕਦਾ ਸਾਧ ਸੰਗਤ। ਕਿਸੇ ਦੇ ਕੋਲੋਂ ਕੁਝ ਸਿੱਖ ਲਏਗਾ, ਨਿਮਰਤਾ ਦੇ ਨਾਲ ਕਿਸੇ ਦੇ ਕੋਲੋਂ ਕੁਝ ਸਿੱਖ ਲਏਗਾ। ਹੌਲੀ ਹੌਲੀ ਇੱਕ ਦਿਨ ਨਿਮਰਤਾ ਦੇ ਨਾਲ ਸਿੱਖਦਿਆਂ ਇਹਨੇ ਆਪ ਗੁਣਾਂ ਦੇ ਮਹਾਨ ਖਜ਼ਾਨੇ ਬਣ ਜਾਣਾ ਹੈ ਸਾਧ ਸੰਗਤ। ਅੱਗੇ ਸ਼ਬਦ ਵਰਤਿਆ, ਕਹਿੰਦੇ ਜੀਤੋ ਬੂਢੈ ਹਾਰੋ ਤਿਰੈ। ਜੀਤੋ ਬੂਢੈ ਹਾਰੋ ਤਿਰੈ। ਕਹਿੰਦੇ ਜਿਹੜਾ ਜਿੱਤਿਆ ਉਹ ਡੁੱਬ ਗਿਆ, ਜਿਹੜਾ ਹਾਰਿਆ ਉਹ ਤਰ ਗਿਆ। ਇਹ ਹੋਇਆ ਸਾਧ ਸੰਗਤ ਦੁਨੀਆ ਤੇ ਭਲਾ? ਜਿਹੜਾ ਜਿੱਤਦਾ ਹੈ ਉਹ ਡੁੱਬਦਾ ਥੋੜ੍ਹੀ, ਉਹ ਤਾਂ ਤਰਦਾ ਹੈ। ਬਾਣੀ ਦੇ ਭਾਵ ਅਰਥ ਕੁਝ ਹੋਰ ਹੁੰਦੇ ਨੇ ਸਾਧ ਸੰਗਤ। ਕਹਿੰਦੇ ਨੇ ਜੀਤੋ ਬੂਢੈ ਹਾਰੋ ਤਿਰੈ। ਜਿਹੜਾ ਹੰਕਾਰ ਵਿੱਚ ਜਿੱਤਿਆ ਉਹ ਡੁੱਬ ਗਿਆ ਸਾਧ ਸੰਗਤ। ਹੰਕਾਰ ਵਸ ਹੋ ਕੇ ਜਿੱਤਿਆ ਸੀ, ਅੰਦਰੂਨੀ ਤੌਰ 'ਤੇ ਡੁੱਬ ਗਿਆ। ਤੇ ਕਹਿੰਦੇ ਜਿਹੜਾ ਵਿਚਾਰਾ ਨਿਮਰਤਾ ਦੇ ਵਿੱਚ ਸੀ, ਹਾਂਜੀ ਹਾਂਜੀ ਕਰਦਾ ਸੀ, ਉਹ ਬਾਹਰੀ ਰੂਪ ਤੌਰ 'ਤੇ ਭਾਵੇਂ ਹਾਰ ਗਿਆ ਪਰ ਅੰਦਰੂਨੀ ਤੌਰ 'ਤੇ ਜਿੱਤ ਗਿਆ ਸਾਧ ਸੰਗਤ। ਦੋ ਆਪਸ ਵਿੱਚ ਮਨੁੱਖ ਝਗੜ ਰਹੇ ਹੋਣ ਨਾ, ਇੱਕ ਦੇ ਜੀਵਨ ਵਿੱਚ ਕ੍ਰੋਧ ਆਇਆ ਹੋਵੇ, ਦੂਜਾ ਦੇ ਜੀਵਨ ਵਿੱਚ ਪਿਆਰ ਆਇਆ ਹੋਵੇ, ਤੇ ਪਤਾ ਕੀ ਹੁੰਦਾ ਸਾਧ ਸੰਗਤ? ਵੇਖਣ ਵਾਲਾ ਜੇ ਤੇ ਸਿਆਣਾ ਹੋਏਗਾ ਉਹ ਕਹੇਗਾ ਜਿਹੜਾ ਨਹੀਂ ਬੋਲਦਾ ਇਹਦੇ ਜੀਵਨ ਵਿੱਚ ਨਿਮਰਤਾ, ਦੇ ਜੀਵਨ ਵਿੱਚ ਪਿਆਰ ਹੈ। ਜਿਹੜਾ ਬੋਲਦਾ ਇਹਦੇ ਜੀਵਨ ਵਿੱਚ ਹੰਕਾਰ ਬੋਲ ਰਿਹਾ, ਇਹਦੇ ਜੀਵਨ ਵਿੱਚ ਕ੍ਰੋਧ ਬੋਲ ਰਿਹਾ। ਸਿਆਣਾ ਬੰਦਾ ਜਿੱਤ ਉਹਨੂੰ ਦਿੰਦਾ ਜਿਹਨੇ ਕ੍ਰੋਧ ਨੂੰ ਕੰਟਰੋਲ ਕੀਤਾ, ਜਿਹਨੇ ਵਸ ਵਿੱਚ ਕੀਤਾ ਹੈ। ਉਹਨੂੰ ਸਾਧ ਸੰਗਤ ਉਹਦੇ ਤੇ ਉਹਨੂੰ ਜਿੱਤ ਦਿੰਦਾ ਹੈ। ਕਹਿੰਦਾ ਹੈ ਕਿ ਕ੍ਰੋਧ ਉਹਨੂੰ ਨਹੀਂ ਆਇਆ। ਸਿਆਣਾ ਬੰਦਾ ਜੇਤੂ ਉਹਨੂੰ ਬਣਾਏਗਾ ਜਿਹਨੂੰ ਕ੍ਰੋਧ ਨਹੀਂ ਆਇਆ। ਮੂਰਖ ਬੰਦਾ ਜੇਤੂ ਉਹਨੂੰ ਬਣਾਏਗਾ ਜਿਹਨੂੰ ਕ੍ਰੋਧ ਆਇਆ ਹੈ। ਉਹ ਕਹੇਗਾ ਇਹਦੇ ਕੋਲੋਂ ਡਰ ਗਿਆ ਹੈ। ਸਿਆਣਾ ਕਹੇਗਾ ਡਰਿਆ ਨਹੀਂ, ਇਹਨੇ ਲੜਾਈ ਨੂੰ ਟਾਲ ਦਿੱਤਾ ਹੈ। ਸਿਆਣਾ ਬੰਦਾ ਇਹ ਕਹਿੰਦਾ। ਕਹਿੰਦੇ ਨੇ, ਕਹਿੰਦੇ ਫੂਲ ਰਹੀ ਸਗਲੀ ਬਨ ਰਾਏ। ਜੀਤੋ ਬੂਢੈ ਹਾਰੋ ਤਿਰੈ। ਗੁਰ ਪ੍ਰਸਾਦੀ ਪਾਰ ਉਤਰੈ। ਗੁਰੂ ਦੀ ਕਿਰਪਾ ਨਾਲ ਮਨੁੱਖ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ। ਦਾਸ ਕਬੀਰ ਕਹਿ ਸਮਝਾਏ। ਬਾਬਾ ਕਬੀਰ ਜੀ ਕਹਿੰਦੇ ਦਾਸਾਂ ਦਾ ਦਾਸ ਕਬੀਰ ਤੁਹਾਨੂੰ ਸਮਝਾਉਣਾ ਚਾਹੁੰਦਾ ਹੈ ਕੁਝ। ਬਾਬਾ ਕਬੀਰ ਜੀ ਕੀ ਸਮਝਾਉਣਾ ਚਾਹੁੰਦੇ ਹੋ? ਕਹਿੰਦੇ ਕੇਵਲ ਰਾਮ ਰਹੋ ਲਿਵ ਲਾਏ। ਕਹਿੰਦੇ ਕੇਵਲ ਤੇ ਕੇਵਲ ਇੱਕ ਰਮੇ ਹੋਏ ਪਰਮਾਤਮਾ ਦੇ ਵਿੱਚ ਲਿਵ ਲਾ ਲਓ, ਤੁਸੀਂ ਦੁਨੀਆ ਤੋਂ ਪਾਰ ਹੋ ਸਕਦੇ ਹੋ, ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦੇ ਹੋ। ਜਿਵੇਂ ਬਾਣੀ ਵਿੱਚ ਆਖਿਆ, ਮਾਇਆ ਮੋਹ ਦੁੱਖ ਸਾਗਰ ਹੈ, ਬਿਖ ਦੁੱਤਰ ਤਰਿਆ ਨਾ ਜਾਏ। ਮੇਰਾ ਮੇਰਾ ਕਰਦੇ ਪਚ ਮੂਏ, ਹਉਮੈ ਕਰਤ ਵਿਹਾਏ। ਸਾਧ ਸੰਗਤ ਗੁਰੂ ਕਿਰਪਾ ਕਰੇ। ਦਾਸ ਕਬੀਰ ਕਹਿ ਸਮਝਾਏ, ਕੇਵਲ ਰਾਮ ਰਹੋ ਲਿਵ ਲਾਏ। ਬਾਬਾ ਕਬੀਰ ਜੀ ਸਮਝਾਉਂਦੇ ਆ, ਕਹਿੰਦੇ ਭਲਿਆ ਮਨੁੱਖਾ ਰਮੇ ਹੋਏ ਪਰਮਾਤਮਾ ਦੇ ਨਾਲ ਲਿਵ ਲਾ। ਆਪਣੇ ਹਿਰਦੇ ਦੇ ਵਿੱਚ ਉਹਨੂੰ ਆਪਣੇ ਹਿਰਦੇ ਵਿੱਚੋਂ ਪ੍ਰਗਟ ਕਰ। ਕੇਵਲ ਰਸਨਾ ਤੱਕ ਸੀਮਤ ਨਾ ਰੱਖ। ਕੋਸ਼ਿਸ਼ ਕਰਕੇ ਇਹਨੂੰ ਆਪਣੇ ਚਿੱਤ ਵਿੱਚ ਵਸਾ ਲੈ। ਹਮੇਸ਼ਾ ਲਿਵ ਤੇਰੀ ਲੱਗੀ ਰਹੇ। ਸਾਧ ਸੰਗਤ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ 'ਤੇ। ਗੁਰੂ ਸਾਹਿਬ ਮਹਾਨ ਕਿਰਪਾ ਕਰਨ, ਅਸੀਂ ਪਰਮਾਤਮਾ ਦੇ ਨਾਲ ਲਿਵ ਲਾ ਲਈਏ। ਸਾਡੀ ਜ਼ਿੰਦਗੀ 'ਚ ਸ਼ੁਭ ਗੁਣ, ਸੋਹਣੀ ਲਿਆਕਤ ਆ ਜਾਏ। ਸਾਧ ਸੰਗਤ ਸਾਰੇ ਰਲ ਮਿਲ ਕਰਕੇ ਬਾਣੀ ਦਾ ਜਾਪ ਕਰਿਆ ਕਰੀਏ, ਇਤਿਹਾਸ ਨੂੰ ਪੜ੍ਹਿਆ ਕਰੀਏ, ਸੋਹਣੇ ਬਣੀਏ, ਸਮਾਜ ਨੂੰ ਸੋਹਣਾ ਬਣਾਉਣ ਦਾ ਯਤਨ ਕਰ ਸਕੀਏ। ਸਾਧ ਸੰਗਤ ਫੁੱਲਾਂ ਝੋਲੀ 'ਚ ਪਾਇਓ ਜੀ। ਚੰਗਾ ਲੱਗਾ ਬਚਨ ਮੇਰਾ ਨਹੀਂ, ਗੁਰਬਾਣੀ ਦਾ ਸਮਝ ਕੇ ਆਪਣੇ ਹਿਰਦੇ ਵਿੱਚ ਜ਼ਰੂਰ ਵਸਾਇਓ। ਸਾਧ ਸੰਗਤ